ਇਨਵਾਇਰਨਮੈਂਟ ਬਹੁਤ ਵਧੀਆ ਦਿੱਤਾ ਹੁੰਦਾ ਆ, क्योंकि उत्थे वड्डियां वड्डियां बिल्डिंग्स होंदियां ते हुण ते नॉर्मली सरकारी स्कूल च भी वड्डियां वड्डियां बिल्डिंग्स ही आ है ना, सारियां सेम फैसिलिटीज़ मिलदियां पईयां। जिवें साडे विच सारिਆਂ ਵਿੱਚ टैलेंट ਹੁੰਦਾ ਤੇ ਅਸੀਂ ਕਦੀ ਉਹਨੂੰ ਨਹੀਂ ਯੂਜ਼ ਕਰਦੇ, ਪਰ ਗॉड ਨੇ ਤਾਂ ਸਾਨੂੰ ਗਿਫਟ ਕੀਤਾ ਹੁੰਦਾ ਆ। I am waiting for the day when my signature will become an autograph and I am born to fulfill all the wishes and dreams of my dad and granddad। पहले तो मैं यही कहूँगी कि we should not take rest after our first victory, because if you fail in the second victory, everyone will say that your first victory was just an coincidence or it was just a luck। सो ਜਦੋਂ ਤੁਸੀਂ ਆਪਣੀ ਪਹਿਲੀ ਵਿਕਟਰੀ ਨੂੰ ਹਾਸਿਲ ਕਰ ਲੈਂਦੇ ਹੋ, ਕਦੀ ਵੀ ਇਹ ਨਾ ਸੋਚੋ ਕਿ ਤੁਹਾਡੀ ਲਾਈਫ ਸਾਰੀ ਸੁਧਰ ਗਈ ਹੋਈ ਆ। ਅਸੀਂ ਅੱਜ ਪਹੁੰਚੇ ਹਾਂ ਬਲ ਖੁਰਦ ਪਿੰਡ ਦੇ ਵਿੱਚ। ਅੰਮ੍ਰਿਤਸਰ ਦਾ ਇਹ ਪਿੰਡ ਹੈ ਬਲ ਖੁਰਦ, ਜਿਸ ਦੇ ਵਿੱਚ ਇੱਕ ਵਿਦਿਆਰਥਣ ਜਿਹੜੀ ਆਪਣੀ ਪ੍ਰਤਿਭਾ ਦੀ ਬਹੁਤ ਕਨੀ ਹੈ, ਜਿਸ ਨੇ ਆਪਣੀ ਛੋਟੀ ਜਿਹੀ ਉਮਰ ਦੇ ਵਿੱਚ ਬਹੁਤ ਨਾਮਣਾ ਖੱਟਿਆ ਹੈ, ਉਸ ਨੂੰ ਮਿਲ ਰਹੇ ਹਾਂ। ਜੇ ਅਸੀਂ ਗੱਲ ਕਰ ਰਹੇ ਹਾਂ ਸਮਰੀਨ ਕੌਰ ਦੀ। ਸਮਰੀਨ ਕੌਰ ਉਹ ਵਿਦਿਆਰਥਣ ਹੈ ਜਿਹੜੀ 11ਵੀਂ ਦੀ ਛਾਤਰਾ ਹੈ, ਪਰ ਉਸਨੇ ਇੰਗਲਿਸ਼ ਦੇ ਵਿੱਚ ਉਸਦੀ ਜਿਹੜੀ ਲੈਂਗੁਏਜ ਇੰਗਲਿਸ਼ ਹੈ ਉਹ ਇੰਨੀ ਫਰਾਟੇਦਾਰ ਇੰਗਲਿਸ਼ ਹੈ ਕਿ ਜਿੰਨੇ ਆਇਲਸ ਕਰਨ ਵਾਲੇ ਵੀ ਉਹ ਵੀ ਇੰਨੀ ਤੇਜ਼ ਨਹੀਂ ਬੋਲ ਸਕਦੇ। ਅਸੀਂ ਅੱਜ ਗੱਲ ਕਰ ਰਹੇ ਹਾਂ ਸਮਰੀਨ ਕੌਰ ਨਾਲ। ਸਮਰੀਨ ਜੀ, ਜਿਸ ਤਰ੍ਹਾਂ ਅਸੀਂ ਸੁਣਿਆ ਸੀਗਾ, ਜਿਸ ਤਰ੍ਹਾਂ ਆਲੇ ਦੁਆਲੇ ਤੋਂ ਸੁਣਿਆ ਸੀਗਾ, ਪਿੰਡਾਂ ਤੋਂ ਸੁਣਿਆ ਸੀਗਾ ਤੁਹਾਡੇ ਬਾਰੇ, ਅੱਜ ਬਹੁਤ ਅੱਛਾ ਲੱਗਿਆ ਤੁਹਾਡੇ ਨਾਲ ਗੱਲ ਕਰਕੇ। ਦੈਨਿਕ ਸਵੇਰਾ 'ਤੇ ਤੁਹਾਡਾ ਸਵਾਗਤ ਹੈ। ਇੱਕ ਤੁਸੀਂ ਇੰਗਲਿਸ਼ ਸੁਣਿਆ ਬਹੁਤ ਬੋਲਦੇ ਹੋ, ਬਹੁਤ ਅੱਛੀ ਬੋਲ ਲੈਂਦੇ ਹੋ, ਬਹੁਤ ਵਧੀਆ ਆਇਲਸ ਕੀਤੀ ਹੋਈ ਜਿਹਨੇ, ਉਹਨੂੰ ਵੀ ਬੜਾ ਕੀ ਕਹਿੰਦੇ ਕਮਾਂਡ ਹੁੰਦਾ ਕਿ ਮੈਂ ਇੰਗਲਿਸ਼ ਬੋਲ ਲੈਂਦੀ ਹਾਂ, ਪਰ ਫਿਰ ਵੀ ਸਰਕਾਰੀ ਸਕੂਲ 'ਚ ਪੜ੍ਹਦੇ ਹੋਏ ਤੁਸੀਂ ਇੰਨਾ ਨਾਮਣਾ ਖੱਟਿਆ। सर मैं तो यही कहना चाहूँगी कि ਜਿਹੜੇ ਸਰਕਾਰੀ ਸਕੂਲਸ ਆ ਉਹ ਐਡੇ ਵੀ ਬੁਰੇ ਨਹੀਂ ਆ, ਕਿਉਂਕਿ ਹਾਂ ਇੱਦਾਂ ਹੁੰਦਾ ਸੀ ਕਿ ਮਤਲਬ ਅਰਲੀ ਈਅਰਸ ਦੇ ਵਿੱਚ ਜਿਹੜੇ ਆ ਕਾਫੀ ਮਤਲਬ ਬੁਰੇ ਸੀ, ਉਹਨਾਂ ਦੇ ਜਿਹੜੇ ਸਰਕਮਸਟੈਂਸਿਸ ਸੀ ਉਹ ਚੰਗੇ ਨਹੀਂ ਸੀ, ਜਿਵੇਂ ਮਤਲਬ ਸਮਾਰਟ ਸਕੂਲਸ ਨਹੀਂ ਸੀ। ਬਟ ਹੁਣ ਜਿਹੜੇ ਸਕੂਲਸ ਆ ਉਹਨਾਂ 'ਚ ਬਹੁਤ ਵੈਂਡਿੰਗਸ ਆ ਗਈਆਂ ਹੋਈਆਂ, ਸਕੂਲਸ ਵੀ ਸਮਾਰਟ ਬਣ ਚੁੱਕੇ ਆ, ਉਹਨਾਂ ਦੇ ਜਿਹੜੇ ਕੋਰੀਡੋਰਸ ਆ ਬਹੁਤ ਨੀਟ ਐਂਡ ਕਲੀਨ ਹੁੰਦੇ ਆ, ਸਭ ਤੋਂ ਜ਼ਿਆਦਾ ਕਲੀਨਲੀਨੈਸ ਮਾਇਨੇ ਰੱਖਦੀ ਆ, ਸਭ ਕੁਝ ਹੁੰਦਾ। ਅਤੇ ਮੈਨੂੰ ਵੀ ਮਤਲਬ ਮਾਈ ਸਕੂਲ ਹੈਜ਼ ਪ੍ਰੋਵਾਈਡਡ ਮੀ access to a more vibrant, up-to-date vernacular language, which was really never been the part of my life before. And I think my school is one in the world to have its own research curriculum activities. ਹਾਂਜੀ ਸਰ। ਮੈਂ ਦੱਸਣਾ ਚਾਹਾਂਗਾ ਕਿ ਤੁਸੀਂ ਇੱਕ ਸਰਕਾਰੀ ਸਕੂਲ ਦੇ ਵਿਦਿਆਰਥਣ ਨੂੰ ਜਿਹੜੇ ਤੁਸੀਂ 10ਵੀਂ ਪਾਸ ਕਰਕੇ ਹੁਣ 11ਵੀਂ 'ਚ ਆ ਗਏ ਹੋ, ਇੰਗਲਿਸ਼ ਬਹੁਤ ਅੱਛੀ ਬੋਲਦੇ ਹੋ, ਇੰਸਪਾਇਰ ਲੋਕਾਂ ਨੂੰ ਵੀ ਕਰਦੇ ਹੋ ਕਿ ਸਰਕਾਰੀ ਸਕੂਲ 'ਚ ਪੜ੍ਹਦੇ ਹੋਏ ਐਡੀ ਸੋਹਣੀ ਇੰਗਲਿਸ਼, ਜਿਸ ਤਰ੍ਹਾਂ ਹੁਣ ਤੁਸੀਂ ਸਮਾਰਟ ਸਕੂਲਸ ਦੀ ਗੱਲ ਕੀਤੀ ਹੈ, ਸਕੂਲ ਬਹੁਤ ਅੱਛੇ ਨੇ। ਕਿਆ ਜਿਵੇਂ ਅਸੀਂ ਗੱਲ ਆਪਣੇ ਸਮੇਂ ਦੀ ਗੱਲ ਕਰੀਏ, ਉਦੋਂ ਕਿਹਾ ਜਾਂਦਾ ਸੀ ਕਿ ਤੁਸੀਂ ਸਰਕਾਰੀ ਸਕੂਲ 'ਚ ਹੀ ਪੜ੍ਹੇ ਹੋ। ਹਾਂਜੀ ਸਰ, ਉਹ ਵੀ ਗੱਲ ਹੈਗੀ ਹੈ, ਕਿਉਂਕਿ ਜਿੱਦਾਂ ਮੇਰੇ ਪੈਰੈਂਟਸ ਵੀ, ਦਾਦੂ ਪਾਪਾ ਸਾਰੇ ਸਰਕਾਰੀ ਸਕੂਲ 'ਚ ਹੀ ਪੜ੍ਹੇ ਆ, ਅਤੇ ਮਤਲਬ ਸਾਰੇ ਕਹਿੰਦੇ ਆ ਕਿ ਤੁਸੀਂ ਸਰਕਾਰੀ ਸਕੂਲ 'ਚ ਪੜ੍ਹ ਰਹੇ ਹੋ ਅਤੇ ਤੁਹਾਨੂੰ ਮਤਲਬ ਇੰਨੀ ਵਧੀਆ ਐਂਬੀਐਂਸ ਨਹੀਂ ਮਿਲਦੀ। ਬਟ ਜਿੱਥੋਂ ਤੱਕ ਮੈਨੂੰ ਲੱਗਦਾ ਕਿ ਫ਼ਰਕ ਸਿਰਫ ਐਂਬੀਐਂਸ ਨਾਲ ਹੀ ਹੁੰਦਾ ਹੈ, ਕਿਉਂਕਿ ਪ੍ਰਾਈਵੇਟਸ ਦੇ ਵਿੱਚ ਵੀ ਉਹੀ ਸਟੱਡੀ ਹੁੰਦੀ ਹੈ, NCERT ਸਿਲੇਬਸ ਚੱਲਦਾ ਹੈ, ਅਤੇ ਜਿਹੜਾ ਮਤਲਬ ਸਰਕਾਰੀ ਦੇ ਵਿੱਚ ਵੀ ਉਹੀ ਸਿਲੇਬਸ ਚੱਲਦਾ ਹੈ। ਜਸਟ ਇੰਨਾ ਹੁੰਦਾ ਕਿ ਸਾਨੂੰ ਜਿਹੜੀ ਐਂਬੀਐਂਸ ਦਾ ਫ਼ਰਕ ਹੁੰਦਾ, ਉੱਥੇ ਜਿਹੜੀ ਹੁੰਦੀ ਹੈ ਸਾਨੂੰ ਮਤਲਬ ਇਨਵਾਇਰਨਮੈਂਟ ਬਹੁਤ ਵਧੀਆ ਦਿੱਤਾ ਹੁੰਦਾ ਆ, ਕਿਉਂਕਿ ਉੱਥੇ ਵੱਡੀਆਂ ਬਿਲਡਿੰਗਸ ਹੁੰਦੀਆਂ। ਅਤੇ ਹੁਣ ਤਾਂ ਨੋਰਮਲੀ ਸਰਕਾਰੀ ਸਕੂਲ 'ਚ ਵੀ ਵੱਡੀਆਂ ਬਿਲਡਿੰਗਸ ਹੀ ਆ, ਹੈ ਨਾ, ਸਾਰੀਆਂ ਸੇਮ ਫੈਸਿਲਿਟੀਜ਼ ਮਿਲਦੀਆਂ ਪਈਆਂ। ਹੁਣ ਕੋਈ ਫ਼ਰਕ ਨਹੀਂ ਰਹਿ ਗਿਆ। ਬਹੁਤ ਟਾਈਮ ਪਹਿਲਾਂ ਬਹੁਤ ਫ਼ਰਕ ਵੀ ਹੁੰਦਾ ਸੀ, ਕਿਉਂਕਿ ਸਟੱਡੀ ਦਾ ਵੀ ਫ਼ਰਕ ਹੁੰਦਾ ਸੀ। ਅਤੇ ਜੇ ਆਪਾਂ ਦੇਖੀਏ ਤਾਂ ਬੈਸਟ ਜਿਹੜੀ ਗੱਲ ਆ ਕਿ ਜਿਹੜੇ ਸਰਕਾਰੀ ਸਕੂਲ ਦੇ ਟੀਚਰਸ ਹੁੰਦੇ ਆ ਉਹ ਜ਼ਿਆਦਾ ਕੁਆਲੀਫਾਈਡ ਹੁੰਦੇ ਆ ਐਜ਼ ਕੰਪੇਅਰ ਟੂ ਪ੍ਰਾਈਵੇਟ ਸਕੂਲਸ। ਜੇ ਅਸੀਂ ਇਹਦੇ 'ਚ ਹੀ ਗੱਲ ਕਰੀਏ ਸਮਰੀਨ, ਪ੍ਰਾਈਵੇਟ ਸਕੂਲ ਦੀ ਗੱਲ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ, ਪ੍ਰਾਈਵੇਟ ਸਕੂਲਸ ਆਪਣੇ ਆਪ ਦੇ ਵਿੱਚ ਇੱਕ ਵੱਖਰੀ ਤਰ੍ਹਾਂ ਦਾ, ਅਲੱਗ ਤਰ੍ਹਾਂ ਦਾ ਉਹਨਾਂ ਦੀ ਬਿਲਡਿੰਗਸ, ਉਹਨਾਂ ਦਾ ਸਟਰਕਚਰ, ਉਹਨਾਂ ਦਾ ਪੜ੍ਹਾਉਣ ਦਾ ਤਰੀਕਾ ਔਰ ਕਿਤਾਬਾਂ ਅਲੱਗ ਤਰ੍ਹਾਂ ਦੀਆਂ ਹੁੰਦੀਆਂ। ਸਰਕਾਰੀ ਸਕੂਲ ਦੀ ਗੱਲ ਕਰੀਏ ਤਾਂ ਸਕੂਲ ਜਿਸ ਤਰ੍ਹਾਂ ਕਿਹਾ ਜਾਂਦਾ ਸੀਗਾ ਕਿ ਅਧਿਆਪਕ ਆਉਂਦਾ ਸਕੂਲ ਦੇ ਵਿੱਚ ਅਤੇ ਲੈਸਨ ਦੇ ਕੇ ਚਲੇ ਜਾਂਦਾ ਹੈ, ਜਿਹੜੀ ਟੀਚਰਸ ਨੇ ਉਹ ਬੈਠੇ ਹੋਏ ਆਪਣਾ ਸਵੈਟਰ ਬੁਣ ਰਹੀਆਂ ਹੁੰਦੀਆਂ ਨੇ, ਮਤਲਬ ਪੜ੍ਹਾਉਂਦੀਆਂ ਨਹੀਂ ਹੈ। ਤੁਸੀਂ ਕਿਆ ਇਹੋ ਜਿਹੀ ਚੀਜ਼ ਦੇਖੀ ਸੀਗੀ ਕਿ ਇਸ ਤੋਂ ਇਲਾਵਾ ਤੁਸੀਂ ਸੈਲਫ ਸਟੱਡੀ ਦੇ ਉੱਤੇ ਜ਼ਿਆਦਾ ਜ਼ੋਰ ਦਿੱਤਾ? ਨਹੀਂ, ਵੈਸੇ ਇਹ ਗੱਲ ਮੈਂ ਵੀ ਸੁਣੀ ਆ ਕਿ ਜਿਹੜੇ ਟੀਚਰਸ ਹੁੰਦੇ ਆ ਸਰਕਾਰੀ ਸਕੂਲ ਦੇ, ਉਹ ਇਹੀ ਕਰਦੇ ਕਿ ਮਤਲਬ फ़ोन ਦੇ ਵਿੱਚ ਕੈਂਡੀ ਕ੍ਰਸ਼ ਖੇਡ ਲਈ ਜਾਂ ਫਿਰ ਸਵੈਟਰ ਵਗੈਰਾ ਬੁਣ ਲਈ। ਪਰ ਜਿਹੜੇ ਸਕੂਲ ਮੈਂ ਪੜ੍ਹਦੀ ਉੱਥੇ ਮੈਂ ਇੱਦਾਂ ਦਾ ਨਹੀਂ ਦੇਖਿਆ। ਮੈਂ ਬਾਲ ਕਲਾਂ ਪੜ੍ਹਦੀ ਹਾਂ, ਉਹਦੇ ਵਿੱਚ ਮੈਂ ਕੋਈ ਟੀਚਰ ਇੱਦਾਂ ਦੇ ਨਹੀਂ ਦੇਖੇ ਜਿਹੜੇ ਮਤਲਬ ਇੱਦਾਂ ਕਰਦੇ ਪਏ। ਹੁਣ ਸਾਰੇ ਲੈਕਚਰਸ ਲੱਗਦੇ ਆ
ਉਹ ਤੇ ਬੱਚਿਆਂ 'ਤੇ ਡਿਪੈਂਡ ਕਰਦਾ ਕਿ ਉਹਨਾਂ ਨੇ ਪੜ੍ਹਨਾ ਜਾਂ ਨਹੀਂ ਪੜ੍ਹਨਾ। ਸਾਰੇ ਟੀਚਰਸ ਕਲਾਸਿਸ ਲੈਂਦੇ ਆ, ਬਹੁਤ ਹੀ ਕੁਆਲੀਫਾਈਡ ਟੀਚਰਸ ਹੁੰਦੇ ਆ, ਅਤੇ ਸਾਨੂੰ ਮਤਲਬ ਐਕਟੀਵਿਟੀਜ਼ ਜਿੱਦਾਂ ਪ੍ਰੈਕਟੀਕਲਸ ਹੁੰਦੇ ਆ ਉਹਦੇ ਨਾਲ ਵੀ ਕਿੰਨਾ ਜ਼ਿਆਦਾ ਸਮਝ ਆਉਂਦਾ ਹੈ। ਜਿਹੜਾ ਪ੍ਰੋਜੈਕਟਰਸ ਵੀ ਲੱਗੇ ਹੋਏ ਆ ਸਕੂਲਸ ਦੇ ਵਿੱਚ, ਉਹਦੇ ਨਾਲ ਵੀ ਬਹੁਤ ਕੁਝ ਸਮਝ ਆਉਂਦਾ। ਇੱਦਾਂ ਦੀ ਕੋਈ ਗੱਲ ਨਹੀਂ ਹੈਗੀ ਕਿ ਟੀਚਰਸ ਜਿਹੜੇ ਆ ਉਹ ਆਪਣੀ ਡਿਊਟੀ ਨਹੀਂ ਪੂਰੀ ਕਰਦੇ ਪਏ। ਸਾਰੇ ਟੀਚਰਸ ਜਿਹੜੇ ਆ ਈਵਨ ਟਾਈਮਲੀ ਆਉਂਦੇ ਆ ਸਕੂਲ, ਟਾਈਮਲੀ ਆਪਣਾ ਲੈਕਚਰ ਲੈਣ ਆਉਂਦੇ ਆ। ਹਾਂਜੀ ਜੀ ਜੇ ਅਸੀਂ ਗੱਲ ਕਰੀਏ ਕਿ ਜਿਵੇਂ ਸਮਾਰਟ ਸਕੂਲ ਦੀ ਅਸੀਂ ਗੱਲ ਕਰ ਰਹੇ ਸੀਗੇ ਕਿ ਹੁਣ ਜਿਸ ਤਰ੍ਹਾਂ ਸਰਕਾਰਾਂ ਨੇ ਆ ਕੇ ਬਦਲਾਵ ਕੀਤਾ ਇਹਨਾਂ ਸਕੂਲਾਂ ਦੇ ਵਿੱਚ, ਹੁਣ ਜਿਸ ਤਰ੍ਹਾਂ ਦੀ ਗੱਲ ਕੀਤੀ ਜਾ ਰਹੀ ਹੈ ਪਿਛਲੇ 4-4.5 ਸਾਲ ਦੇ ਵਿੱਚ ਸਕੂਲਾਂ ਦਾ ਨੁਹਾਰ ਹੀ ਬਦਲ ਗਈ। ਕਿਆ ਇਹਨਾਂ 4.5 ਸਾਲਾਂ ਦੇ ਵਿੱਚ ਹੀ ਤੁਸੀਂ ਆਪਣੀ ਪ੍ਰਤਿਭਾ ਦੇ ਵਿੱਚ, ਜਿਵੇਂ ਤੁਹਾਡੀ ਲੈਂਗੁਏਜ ਸਪੀਕਿੰਗ ਲੈਂਗੁਏਜ ਹੈਗੀ ਹੈ, ਇੰਗਲਿਸ਼ ਤੁਸੀਂ ਬੋਲ ਲੈਂਦੇ ਹੋ ਬਹੁਤ ਅੱਛੇ ਤਰੀਕੇ ਨਾਲ, ਕਿਆ ਇਹ ਨਿਖਾਰ ਜਿਹੜਾ ਹੈ ਇਹ 4.5-5 ਸਾਲ 'ਚ ਹੀ ਆਇਆ ਜਾਂ ਸ਼ੁਰੂ ਤੋਂ ਹੀ ਆਇਆ ਸਾਰਾ ਤੁਹਾਡਾ ਪ੍ਰਤਿਭਾ ਤੁਹਾਡੇ ਅੰਦਰ ਸੀਗੀ? ਆਈ ਥਿੰਕ ਇਟਸ ਗੋਡ ਗਿਫਟਿਡ। ਪਰ ਹੁੰਦਾ ਹੈ ਕਿ ਮਤਲਬ ਆਪਾਂ ਜਿਹੜੀ ਗੋਡ ਗਿਫਟਿਡ ਵੀ ਚੀਜ਼ ਹੁੰਦੀ ਆ ਉਹਨੂੰ ਆਪਾਂ ਕਿੱਦਾਂ ਯੂਜ਼ ਕਰੀਏ। ਜਿਵੇਂ ਸਾਡੇ ਵਿੱਚ ਸਾਰਿਆਂ ਵਿੱਚ ਟੈਲੈਂਟ ਹੁੰਦਾ ਅਤੇ ਅਸੀਂ ਕਦੀ ਕਦੀ ਉਹਨੂੰ ਨਹੀਂ ਯੂਜ਼ ਕਰਦੇ, ਪਰ ਗੋਡ ਨੇ ਤਾਂ ਸਾਨੂੰ ਗਿਫਟ ਕੀਤਾ ਹੁੰਦਾ ਆ। ਉੱਦਾਂ ਹੀ ਸ਼ਾਇਦ ਮੈਂ ਆਪਣਾ ਪਹਿਲੋਂ ਹੀ ਨਿਖਾਰਤਾ ਹੋਊਗਾ, ਹੁਣ ਮੈਨੂੰ ਯਾਦ ਨਹੀਂ ਆ, ਕਿਉਂਕਿ ਵੈਸੇ ਮੈਂ ਕਾਫੀ ਟਾਈਮਸ ਆਪਣੀ ਇੰਟਰਵਿਊਜ਼ ਦੇ ਵਿੱਚ ਸ਼ੇਅਰ ਕਰ ਚੁੱਕੀ ਹਾਂ ਕਿ ਮਤਲਬ ਮੇਰੇ 'ਚ ਕੌਨਫੀਡੈਂਸ ਬਿਲਕੁਲ ਨਹੀਂ ਸੀ, ਬਟ ਮੇਰਾ ਜਿੰਨਾ ਵੀ ਕੌਨਫੀਡੈਂਸ ਇਨਹੈਂਸ ਹੋਇਆ ਉਹ ਜਸਟ ਬਿਕੋਜ਼ ਮੇਰੇ ਸਕੂਲ ਨੂੰ ਜਾਂਦੀ ਆ, ਜਿਹੜਾ ਵੀ ਰਿਗਾਰਡਸ ਜਾਂਦੇ, ਕਿਉਂਕਿ ਮੈਂ ਕੁਝ ਵੀ ਨਹੀਂ ਬੋਲ ਪਾਉਂਦੀ ਸੀ, ਫਿਰ ਵੀ ਮੈਨੂੰ ਕਾਫੀ ਜ਼ਿਆਦਾ ਬੋਲਣ ਨੂੰ ਮਿਲਦਾ ਸੀ ਜਦੋਂ ਮੈਂ 8th ਤੱਕ ਸੀ। ਅਤੇ ਪਰ ਉਦੋਂ ਵੀ ਮੈਂ ਮਤਲਬ ਜਦੋਂ ਸਟਾਰਟ ਕਰਦੀ ਸੀ ਬੋਲਣ, ਤਾਂ ਮੈਨੂੰ ਹੋ ਜਾਂਦਾ ਸੀ ਕਿ ਚੱਲ ਹੁਣ ਮੈਂ ਬੋਲਣਾ ਸ਼ੁਰੂ ਕਰਤਾ ਹੈ ਅਤੇ ਮਤਲਬ ਜਲਦੀ ਉਹ ਖ਼ਤਮ ਹੋ ਜੇ। ਪਰ ਹੁਣ ਜਦੋਂ ਸਟੇਜ 'ਤੇ ਚੜ੍ਹਦੀ ਤਾਂ ਦਿਲ ਕਰਦਾ ਕਿ ਜਿੰਨਾ ਮਰਜ਼ੀ ਟਾਈਮ ਲੰਘ ਜੇ ਪਰ ਮੈਂ ਬੋਲਣੋਂ ਨਾ ਹਟਾਂ। ਇੱਦਾਂ ਹੀ ਹੁੰਦਾ ਕਿਉਂਕਿ ਮੇਰਾ ਕੌਨਫੀਡੈਂਸ ਜਿਹੜਾ ਸੀ ਉਹ ਇਸ 4.5 ਸਾਲ ਦੇ ਵਿੱਚ ਹੀ ਇਨਹੈਂਸ ਹੋਇਆ। ਪਰ ਉਹਦੇ ਕਰਕੇ ਇਹ ਨਹੀਂ ਆ ਕਿ ਮਤਲਬ ਸਾਡੀ ਸਰਾਊਂਡਿੰਗਸ ਇੱਦਾਂ ਦੀ ਸੀ ਜਾਂ ਇੱਦਾਂ ਕੁਝ ਵੀ। ਜਿਹੜੀ ਇੰਗਲਿਸ਼ ਆ, ਲਾਸਟ ਟਾਈਮ ਵੀ ਸ਼ੇਅਰ ਕੀਤਾ ਸੀ, ਸਿਰਫ ਇੱਕ ਲੈਂਗੁਏਜ ਆ। ਹਾਂ, ਸਾਡੀ ਮਤਲਬ ਪਰਸਨੈਲਿਟੀ ਨੂੰ ਇਨਹੈਂਸ ਕਰਦੀ ਆ, ਪਰ ਅਸੀਂ ਜਿੰਨਾ ਉਹਦੇ 'ਚ ਧਿਆਨ ਦੇਵਾਂਗੇ ਓਨਾ ਅਸੀਂ ਮਤਲਬ ਉਹਨੂੰ ਇੰਪਰੂਵ ਵੀ ਕਰਾਂਗੇ। ਪਰ ਜਿਹੜਾ ਸਰਕਾਰੀ ਸਕੂਲਸ ਦੇ ਵਿੱਚ ਬੱਚੇ ਹੁੰਦੇ ਆ ਉਹ ਥੋੜ੍ਹਾ ਜਿਹਨੂੰ ਕਹਿੰਦੇ ਨਾ ਕੇਅਰਲੈਸ ਜਿਹੇ ਹੋ ਜਾਂਦੇ ਆ ਅਕੋਰਡਿੰਗ ਟੂ ਦੇਅਰ ਐਂਬੀਐਂਸ, ਅਤੇ ਫਿਰ ਮਤਲਬ ਉਹ ਜ਼ਿਆਦਾ ਇੰਗਲਿਸ਼ 'ਚ ਜ਼ੋਰ ਨਹੀਂ ਦਿੰਦੇ ਆ। ਪਰ ਜਿਹੜੇ ਟੀਚਰਸ ਹੁੰਦੇ ਆ ਹਾਈਲੀ ਕੁਆਲੀਫਾਈਡ ਹੁੰਦੇ ਆ, ਜੇ ਆਪਾਂ ਉਹਨਾਂ ਕੋਲੋਂ ਮਤਲਬ ਵਧੀਆ ਤਰੀਕੇ ਨਾਲ ਪੜ੍ਹੀਏ ਤਾਂ ਸਾਡੀ ਇੰਗਲਿਸ਼ ਬਹੁਤ ਬੈਟਰ ਹੋ ਜਾਂਦੀ ਆ। ਅਤੇ ਜਿਹੜਾ ਮੇਰੇ ਪਾਪਾ ਮਤਲਬ ਮੇਰੀ ਫੈਮਿਲੀ ਨੇ ਮੈਨੂੰ ਬਹੁਤ ਜ਼ਿਆਦਾ ਇਹਦੇ ਵਾਸਤੇ ਵੀ ਜਿੱਦਾਂ ਬੁੱਕਸ ਹੁੰਦੀਆਂ, ਡਿਕਸ਼ਨਰੀਜ਼ ਵਗੈਰਾ ਮੇਰੇ ਕੋਲ ਬਹੁਤ ਪਈਆਂ ਹੋਈਆਂ, ਅਤੇ ਮਤਲਬ ਉਹਦੇ ਨਾਲ ਮੈਂ ਸਟੱਡੀ ਕਰਦੀ ਹਾਂ ਵੋਕੈਬਲਰੀ ਵਗੈਰਾ ਉਹ ਸਭ। ਹਾਂਜੀ ਸਮਰੀਨ, ਤੁਸੀਂ MBS ਦੀ ਗੱਲ ਕੀਤੀ ਹੈ, ਤੁਸੀਂ ਤੁਹਾਡਾ ਜਿਹੜਾ ਆਲਾ ਦੁਆਲਾ ਹੈ, ਪਿੰਡ ਦਾ ਏਰੀਆ ਹੈ, ਪਿੰਡ ਦੇ ਵਿੱਚ ਲੋਕਾਂ ਦੇ ਵਿੱਚ ਬੋਲਣ ਵਾਲੇ ਨਹੀਂ ਹੁੰਦੇ, ਪੰਜਾਬੀ ਠੇਠ ਪੰਜਾਬੀ ਉਹ ਬੋਲਦੇ ਨੇ, ਉਹਨਾਂ ਦੇ ਵਿੱਚ ਸਪੀਕਿੰਗ ਐਸਾ ਇੰਗਲਿਸ਼ ਬੋਲਣੀ ਗੱਲ ਕਰਨੀ ਉਹੋ ਜਿਹੀ MBS ਤੁਹਾਨੂੰ ਨਜ਼ਰ ਨਹੀਂ ਆਉਂਦੀ, ਪਰ ਤੁਸੀਂ ਉਸ ਤੋਂ ਬਾਅਦ ਵੀ ਆਪਣੇ ਆਪ ਨੂੰ ਨਿਖਾਰਿਆ ਹੈ। ਸਰ ਐਕਚੁਅਲੀ ਮਤਲਬ ਕਿ ਅਸੀਂ ਘਰ 'ਚੋਂ ਬਾਹਰ ਨਹੀਂ ਜਾਂਦੇ, ਕੋਈ ਨੀਡ ਵੀ ਨਹੀਂ ਹੁੰਦੀ, ਸਾਰਾ ਕੁਝ ਘਰੇ ਪ੍ਰੋਵਾਈਡ ਹੋ ਜਾਂਦਾ ਆ। ਐਂਡ ਮੇਰੀ ਫੈਮਿਲੀ ਦੇ ਵਿੱਚ ਮੇਰੇ ਦਾਦੂ, ਪਾਪਾ, ਬ੍ਰਦਰ ਸਾਰੇ ਪੜ੍ਹੇ ਹੋਏ ਆ, ਇਸ ਕਰਕੇ ਚਲੋ ਜਿਹੜੇ ਪਾਪਾ ਅਤੇ ਦਾਦੂ ਉਹ ਐਟਲੀਸਟ ਮਤਲਬ ਇੰਗਲਿਸ਼ ਸਮਝਦੇ ਆ, ਇੰਨੀ ਨਹੀਂ ਜਿੱਦਾਂ ਹਾਈਲੀ ਕੁਆਲੀਫਾਈਡ ਜਿਹੜੀ ਹਾਈਲੀ ਇੰਗਲਿਸ਼ ਹੁੰਦੀ ਉਹ ਨਹੀਂ ਸਮਝਦੇ, ਬਟ ਜਿਹੜਾ ਮੇਰਾ ਬ੍ਰਦਰ ਆ ਉਹ ਕਾਫੀ ਹਾਈਲੀ ਐਜੂਕੇਟਿਡ ਆ, ਉਹ ਸਮਝ ਜਾਂਦਾ। ਅਤੇ ਕਦੀ ਕਦੀ ਜਦੋਂ ਮੈਂ ਛੋਟੀ ਹੁੰਦੀ ਸੀ ਤਾਂ ਉਹਦੇ ਨਾਲ ਹੀ ਕਨਵਰਸੇਸ਼ਨ ਕਰਦੀ ਸੀ, ਬਟ ਹੁਣ ਨੋਰਮਲੀ ਇੰਨਾ ਟਾਈਮ ਹੀ ਨਹੀਂ ਹੁੰਦਾ ਕਿ ਇੰਗਲਿਸ਼ ਕਨਵਰਸੇਸ਼ਨ ਕਰ ਸਕੀਏ। ਅਸੀਂ ਤੁਹਾਡੇ ਘਰ ਦੀ ਹੀ ਗੱਲ ਕਰ ਰਹੇ ਹਾਂ। ਤੁਹਾਡੇ ਫਾਦਰ ਪ੍ਰਾਈਵੇਟ ਜੌਬ ਕਰਦੇ ਨੇ, ਦਾਦੂ ਤੁਹਾਡੇ ਨਾਲ ਨੇ, ਤੁਹਾਡੇ ਮਦਰ ਐਕਸਪਾਇਰ ਹੋ ਚੁੱਕੇ ਨੇ, ਪਰ ਉਸ ਇਹੋ ਜਿਹੇ ਹਾਲਾਤਾਂ ਦੇ ਵਿੱਚ ਤੁਸੀਂ ਕਿਉਂਕਿ ਘਰ ਵੀ ਸਾਂਭਿਆ ਹੈ ਉਸ ਛੋਟੀ ਜਿਹੀ ਉਮਰ ਦੇ ਵਿੱਚ, ਅੱਜ ਉਸ ਮੁਕਾਮ 'ਤੇ ਹੋ, ਪਰ ਫਿਰ ਵੀ ਤੁਹਾਨੂੰ ਘਰ ਦਾ ਤਾਂ ਕੰਮ ਕਰਨਾ ਹੀ ਪੈਂਦਾ। ਹਾਂਜੀ, ਕੋਈ ਗੱਲ ਨਹੀਂ ਸਰ, ਉਹ ਮਤਲਬ ਸਭ ਨੂੰ ਕਰਨਾ ਪੈਂਦਾ, ਗਰਲਸ ਦਾ ਕੰਮ ਹੁੰਦਾ ਹੈ ਕਿ ਘਰ ਦਾ ਕੰਮ ਕਰਨਾ। ਐਡਾ ਜ਼ਿਆਦਾ ਉਹ ਨਹੀਂ ਲੱਗਦਾ, ਕਿਉਂਕਿ ਮੈਂ ਜਿਹੜੇ ਫਰੈਂਡਸ ਵੇਖਿਆ ਜਿਨ੍ਹਾਂ ਦੇ ਮੰਮਾ ਹੈਗੇ ਆ ਉਹ ਵੀ ਇਹੋ ਕਹਿੰਦੇ ਯਾਰ ਘਰ ਦੇ ਕੰਮ ਕਰਨ ਨੂੰ ਕਹਿੰਦੇ ਰਹਿੰਦੇ ਆ। ਇਹਦੇ 'ਚ ਕੋਈ ਗੱਲ ਨਹੀਂ ਹੈਗੀ, ਕਿਉਂਕਿ ਸਟਾਰਟਿੰਗ ਦੇ ਵਿੱਚ ਮੈਂ ਕੋਈ ਕੰਮ ਨਹੀਂ ਕਰਦੀ ਸੀ, ਉਹ ਤਾਂ ਹੁਣ ਥੋੜ੍ਹੇ ਜਿਹੇ ਵੱਡੇ ਹੋ ਗਿਆ, ਇਸ ਕਰਕੇ ਹੁਣ ਕੰਮ ਕਰਨਾ ਸ਼ੁਰੂ ਕੀਤਾ। ਹੁਣ ਸਾਰਾ ਘਰ ਤੁਸੀਂ ਦੇਖਦੇ ਹੋ? ਨਹੀਂ, ਕਦੇ ਥੋੜ੍ਹਾ ਬਹੁਤ, ਕਿਉਂਕਿ ਜਦੋਂ ਮੈਂ ਤਾਂ ਮਾਰਨਿੰਗ ਦੇ ਵਿੱਚ ਸਿਰਫ ਥੋੜ੍ਹਾ ਬਹੁਤ ਕਰਨਾ ਹੁੰਦਾ, ਫਿਰ ਸਕੂਲ ਚਲੇ ਜਾਣਾ ਹੁੰਦਾ ਆ, ਅਤੇ ਬਾਅਦ 'ਚ ਬਾਕੀ ਘਰੇ ਦਾਦੂ ਹੁੰਦੇ ਆ ਉਹੀ ਦੇਖਦੇ ਆ। ਪਰ ਪਿਛਲੇ 1.5 ਸਾਲ 'ਚ ਅਸੀਂ ਦੇਖਿਆ ਜਾਏ ਤਾਂ ਸਕੂਲ ਵੀ ਬਹੁਤ ਘੱਟ ਲੱਗੇ ਨੇ, ਮੇਰਾ ਖਿਆਲ ਆ ਸ਼ਾਇਦ ਲੱਗੇ ਹੀ ਨਹੀਂ ਹੈ। ਸਾਡੇ ਲੱਗੇ ਸੀ, ਬਟ ਜਦੋਂ ਮਤਲਬ ਘਰੇ ਹੁੰਦੇ ਆ ਉਦੋਂ ਤਾਂ ਫਿਰ ਘਰ ਸਾਂਭਣਾ ਪੈਂਦਾ, ਜਦੋਂ ਨਹੀਂ ਹੁੰਦੇ ਫਿਰ ਘਰੇ ਦਾਦੂ ਹੁੰਦੇ ਆ ਜਾਂ ਬ੍ਰਦਰਸ ਹੁੰਦੇ ਆ। ਹਾਂਜੀ, ਕੀ ਪਲੈਨਿੰਗ ਕੀ ਹੈ ਫਿਊਚਰ ਦੀ? ਫਿਊਚਰ ਪਲੈਨਿੰਗਸ ਤੇ ਹੈ ਕਿ ਆਈ ਵਾਂਟ ਟੂ ਬੀ ਅ ਸਾਈਕੋਲੋਜਿਸਟ ਐਂਡ ਆਈ ਐਮ ਵੇਟਿੰਗ ਫॉर द डे व्हेन माय सिग्नेचर विल बिकम एन ऑटोग्राफ and I am born to fulfill all the wishes and dreams of my dad and granddad. ਤੁਹਾਡਾ ਡ੍ਰੀਮ ਬਹੁਤ ਅੱਛਾ ਹੈ, ਤੁਸੀਂ ਆਪਣਾ ਸੁਪਨਾ ਇੱਕ ਲੈ ਕੇ ਚੱਲਿਓ ਕਿ ਉਹਨਾਂ ਦੇ ਜਿਹੜੇ ਆਪਣੇ
ਪਿਤਾ ਜੀ ਦਾਦਾ ਜੀ ਦੇ ਜਿਹੜੇ ਸੁਪਨੇ ਉਹਨਾਂ ਨੇ ਦੇਖੇ ਉਹਨਾਂ ਨੂੰ ਫੁੱਲਫਿਲ ਕਰਨਾ ਹੈ। ਇਹਦੇ ਨਾਲ ਨਾਲ ਹੁਣ ਤੁਹਾਡੇ 2 ਬ੍ਰਦਰ ਨੇ, ਤੁਹਾਡੇ ਨਾਲ ਛੋਟੇ ਵੀ ਨੇ, ਤੁਹਾਡੇ ਨਾਲ ਵੱਡੇ ਵੀ ਨੇ, ਤੁਸੀਂ ਉਹਨਾਂ ਨੂੰ ਵੀ ਉਹਨਾਂ ਦਾ ਸਾਥ ਲੈ ਕੇ ਆਪਣਾ ਡ੍ਰੀਮ ਅਚੀਵ ਕਰਨਾ ਹੈ। ਤੁਹਾਨੂੰ ਲੱਗਦਾ ਕੀ ਹੈ? ਸਰ ਮੈਨੂੰ ਤਾਂ ਲੱਗਦਾ ਕਿ ਮੈਂ ਅਚੀਵ ਕਰ ਲੂੰਗੀ। ਵੈਸੇ ਮੈਂ ਸੁਣਿਆ ਹੈ ਕਿ ਮਤਲਬ ਜਿਹੜਾ ਸਾਡਾ ਗੋਲ ਹੁੰਦਾ ਆ ਉਹਨੂੰ ਜੇ ਆਪਾਂ ਮਤਲਬ ਸਾਰਿਆਂ ਦੇ ਨਾਲ ਸ਼ੇਅਰ ਕਰਦੇ ਰਹੀਏ ਤੇ ਉਹਨੂੰ ਜਿਹੜਾ ਪਾਉਣ ਦੇ ਜਿਹੜੇ ਸਾਡੇ ਚਾਂਸਿਸ ਹੁੰਦੇ ਆ ਉਹ ਘੱਟ ਜਾਂਦੇ ਆ। ਇਸ ਕਰਕੇ ਮੈਂ ਬਹੁਤ ਘੱਟ ਆਪਣਾ ਡ੍ਰੀਮ ਸ਼ੇਅਰ ਕਰਦੀ ਹਾਂ। ਐਂਡ ਫਿਰ ਵੀ ਮਤਲਬ ਜਦੋਂ ਆਪਾਂ 10th ਤੱਕ ਤੇ ਸਾਡਾ ਗੋਲ ਜਿਹੜਾ ਉਹ ਮਤਲਬ ਉਹ ਹੋਣਾ ਹੀ ਚਾਹੀਦਾ ਕਿ ਅਸੀਂ ਕੀ ਬਣਨਾ, ਅਸੀਂ ਕੀ ਕਰਨਾ ਹੈ। ਪਰ ਜਿਹੜਾ ਲਾਈਫ ਦਾ ਮੇਨ ਮੋਟੋ ਇਹ ਹੁੰਦਾ ਹੈ ਕਿ ਅਸੀਂ ਜਿਹੜੀ ਸਾਡੀ ਫੈਮਿਲੀ ਜਿਨ੍ਹਾਂ ਨੇ ਸਾਨੂੰ ਮਤਲਬ ਜਿਨ੍ਹਾਂ ਨੇ ਸਾਨੂੰ ਬਚਪਨ ਤੋਂ ਰੇਅਰ ਕੀਤਾ ਹੁੰਦਾ ਆ ਉਹਨਾਂ ਲਈ ਕੁਝ ਕਰਨਾ। ਅਤੇ ਚਾਹੇ ਆਪਾਂ ਜੋ ਵੀ ਬਣੀਏ ਮੇਨ ਮੋਟੋ ਇਹੀ ਆ ਕਿ ਮਤਲਬ ਮੈਂ ਇਹੀ ਕਰਨਾ ਆ ਜੋ ਵੀ ਹੋ ਜਾਏ। ਪਰ ਮੈਨੂੰ ਲੱਗਦਾ ਹੈ ਕਿ ਆਈ ਥਿੰਕ ਆਈ ਕੈਨ ਅਚੀਵ। ਸਮਰੀਨ, ਤੁਹਾਨੂੰ ਬੜੇ ਜਾਣੇ ਬਹੁਤ ਦਰਸ਼ਕ ਦੇਖ ਰਹੇ ਨੇ, ਤੁਹਾਡੇ ਮਨ 'ਚ ਕਿ ਉਹਨਾਂ ਦੇ ਲਈ ਕੋਈ ਇਹੋ ਜਿਹਾ ਕਹਿਣਾ, ਉਹਨਾਂ ਨੂੰ ਕੁਛ ਦੱਸਣਾ ਕਿ ਉਹ ਵੀ ਆਪਣਾ ਜੀਵਨ ਥੋੜ੍ਹਾ ਜਿਹਾ ਸੁਖਾਲਾ ਕਰ ਸਕਣ, ਤੁਹਾਡੇ ਵਾਂਗਣ ਉਹ ਵੀ ਪੜ੍ਹਾਈ ਕਰ ਸਕਣ, ਪੜ੍ਹ ਸਕਣ, ਬਣ ਸਕਣ ਕੁਛ? ਪਹਿਲਾਂ ਤਾਂ ਮੈਂ ਇਹੀ ਕਹੂੰਗੀ ਕਿ ਵੀ ਸ਼ੁੱਡ ਨਾਟ ਟੇਕ ਰੈਸਟ after our first victory, because if you fail in the second victory everyone will say that your first victory was just an coincidence or it was just a luck. ਸੋ ਜਦੋਂ ਤੁਸੀਂ ਆਪਣੀ ਪਹਿਲੀ ਵਿਕਟਰੀ ਨੂੰ ਹਾਸਿਲ ਕਰ ਲੈਂਦੇ ਹੋ ਕਦੀ ਵੀ ਇਹ ਨਾ ਸੋਚੋ ਕਿ ਤੁਹਾਡੀ ਲਾਈਫ ਸਾਰੀ ਸੁਧਰ ਗਈ ਹੋਈ ਆ। ਮਤਲਬ ਇਹ ਮੈਨੂੰ ਮੇਰੇ ਇੱਕ ਲਾਈਫ ਦੇ ਵਿੱਚ ਇੱਕ ਪਰਸਨ ਹੀ ਉਸਨੇ ਮੈਨੂੰ ਕਿਹਾ ਸੀ ਕਿ ਮਤਲਬ ਜਦੋਂ ਅਸੀਂ ਸੋਚਦੇ ਹਾਂ ਨਾ ਲਾਈਫ ਦੇ ਵਿੱਚ ਉਦੋਂ ਮਤਲਬ ਇੱਦਾਂ ਹੁੰਦਾ ਹੈ ਕਿ ਉਸ ਟਾਈਮ 'ਤੇ ਅਸੀਂ ਮਰ ਜਾਂਦੇ ਹਾਂ। ਜਦੋਂ ਆਪਾਂ ਸੋਚਦੇ ਹਾਂ ਨਾ ਕਿ ਅਸੀਂ ਅੱਜ ਸਭ ਕੁਝ ਕਰ ਲਿਆ, ਜਿੱਦਾਂ ਕਿਸੇ ਨੇ ਵੀ ਚਾਹੇ ਜਿੰਨੀ ਮਰਜ਼ੀ ਪੜ੍ਹਾਈ ਕਰ ਲਈ ਹੋਵੇ ਅਤੇ ਉਹ ਅੱਗੇ ਕਹੇ ਕਿ ਨਹੀਂ ਅੱਜ ਮੈਂ ਸਭ ਕੁਝ ਪੜ੍ਹ ਲਿਆ, ਹੁਣ ਮੇਰੇ ਕੋਲ ਕੁਛ ਨਹੀਂ ਹੈਗਾ ਕਿ ਜਿਹੜਾ ਮੈਂ ਹੋਰ ਕੁਝ ਜਾਣਾ। ਇੱਦਾਂ ਮਤਲਬ ਗਿਆਨ ਜਿਹੜਾ ਅਸੀਂ ਵੀ ਵੇਖਦੇ ਕਿ ਨੌਲੇਜ ਜਿੰਨੀ ਸਪਰੈਡ ਹੋਵੇ ਉਨੀ ਵੱਧਦੀ ਜਾਂਦੀ ਆ। ਅਤੇ ਜਦੋਂ ਮਤਲਬ ਆਪਾਂ ਇਹ ਸੋਚ ਕੇ ਚੱਲਦੇ ਕਿ ਅਸੀਂ ਸਭ ਕੁਝ ਹਾਸਿਲ ਕਰ ਲਿਆ ਉਦੋਂ ਅਸੀਂ ਮਰ ਜਾਂਦੇ ਹਾਂ। ਥੈਂਕ ਯੂ ਵੈਰੀ ਮਚ ਜੀ ਸਮਰੀਨ। ਸੋ ਇਹ ਬਲ ਖੁਰਦ ਦੇ ਸਮਰੀਨ ਕੌਰ ਨੇ ਜਿਹੜੇ 11ਵੀਂ 'ਚ ਪੜ੍ਹ ਰਹੇ ਨੇ ਔਰ ਇਸ ਫਰਾਟੇ ਦਾ ਇੰਗਲਿਸ਼ ਬੋਲਦੇ ਨੇ, ਜਿਸ ਨਾਲ ਆਇਲਸ ਕਰਨ, ਜੇ ਉਹ ਅੱਜ ਆਇਲਸ ਕਰਨ ਤਾਂ ਉਹਨਾਂ ਦੇ 8 ਬੈਂਡ ਮਿਨੀਮਮ 8 ਬੈਂਡ ਉਹਨਾਂ ਦੇ ਆ ਜਾਣ। ਪਰ ਛੋਟੀ ਜਿਹੀ ਉਮਰ ਦੇ ਵਿੱਚ ਆਪਣਾ ਮਨ ਨੂੰ ਜੋ ਸੋਚਿਆ ਹੈ ਕਿ ਮੈਂ ਬਣਨਾ ਹੈ, ਸਾਈਕੈਟ੍ਰਿਕ ਬਣਨਾ ਹੈ ਔਰ ਉਸ ਗੋਲ ਨੂੰ ਹਾਸਲ ਕਰਨਾ ਹੈ। ਆਪਣੇ ਨਾਲ ਨਾਲ ਆਪਣੇ ਭਰਾਵਾਂ ਦੇ ਜਿਹੜੇ ਸੁਪਨੇ ਉਹ ਵੀ ਪੂਰੇ ਕਰਨੇ ਨੇ, ਆਪਣੇ ਪਰਿਵਾਰ ਦੇ ਸੁਪਨੇ ਪੂਰੇ ਕਰਨੇ ਨੇ। ਇਹ ਇਹਨਾਂ ਦਾ ਟੀਚਾ ਹੈ, ਇਹਨਾਂ ਦੀ ਸੋਚ ਹੈ ਔਰ ਇਸ ਸੋਚ ਨੂੰ ਦੈਨਿਕ ਸਵੇਰਾ ਵੀ ਸਲੂਟ ਕਰਦਾ ਹੈ ਕਿ ਛੋਟੀ ਜਿਹੀ ਉਮਰ ਦੇ ਵਿੱਚ ਸਮਰੀਨ ਕੌਰ ਸਰਕਾਰੀ ਸਕੂਲ 'ਚ ਪੜ੍ਹਦੇ ਹੋਏ ਵੀ ਉਹਨਾਂ ਦੀ ਇੰਗਲਿਸ਼ ਇੰਨੀ ਫਰਾਟੇਦਾਰ ਹੈ। ਕੈਮਰਾ ਪਰਸਨ ਵਿਪਨ ਦੇ ਨਾਲ ਜੋਤੀ ਬਹਿਲ, ਦੈਨਿਕ ਸਵੇਰਾ ਟੀਵੀ, ਅੰਮ੍ਰਿਤਸਰ। ਅਲੀਸ਼ਾ ਬੇਗਮ, ਇੱਕ ਔਰਤ ਦਾ ਦੁੱਖ ਇੱਕ ਔਰਤ ਹੀ ਸਮਝ ਸਕਦੀ ਹੈ। ਰੂਹਾਨੀ ਅਤੇ ਕਾਲੀ ਸ਼ਕਤੀਆਂ ਦੀ ਮਾਲਕਨ, ਦੁਨੀਆ ਦਾ ਸਭ ਤੋਂ ਚਮਤਕਾਰੀ ਇਲਮ ਮੇਰੇ ਕੋਲ ਹੈ, ਮੇਰੇ ਕੀਤੇ ਨੂੰ ਕੋਈ ਕੱਟ ਨਹੀਂ ਸਕਦਾ। ਕਾਲਾ ਇਲਮ ਕਰਨਾ ਅਤੇ ਤੋੜਨਾ ਹਰ ਇੱਕ ਦੇ ਵੱਸ ਦੀ ਗੱਲ ਨਹੀਂ। ਪਰੇਸ਼ਾਨੀ ਜਿਵੇਂ ਲਵ ਮੈਰਿਜ, ਪਤੀ ਪਤਨੀ 'ਚ ਝਗੜਾ, ਸੌਤਨ ਦੁਸ਼ਮਣ ਤੋਂ ਛੁਟਕਾਰਾ, ਤਲਾਕ ਕੇਸ, ਬੁਰੇ ਸੁਪਨੇ, ਵਿਦੇਸ਼ ਯਾਤਰਾ, ਬੁਰੀ ਸੰਗਤ ਜਾਂ ਨਸ਼ਾ ਛੁਡਾਉਣਾ, ਬਿਮਾਰੀ 'ਚ ਦਵਾ ਨਾ ਲੱਗਣਾ। ਵਸ਼ੀਕਰਨ ਇੱਕ ਸੱਚਾਈ ਹੈ, ਵਸ਼ੀਕਰਨ ਕਰਵਾਓ, ਮਨ ਚਾਹਾ ਪਿਆਰ ਪਾਓ। ਕੀ ਤੁਹਾਡੀ ਕਿਸਮਤ 'ਚ ਲੋਟਰੀ ਦਾ ਯੋਗ ਹੈ ਜਾਂ ਨਹੀਂ? ਸੱਚਾਈ ਜਾਣੋ। ਲੋਟਰੀ ਨੰਬਰ ਪਾਓ, ਭਾਵੇਂ 649 ਹੋਵੇ ਜਾਂ ਲੋਟੋ ਮੈਕਸ। 11 ਘੰਟੇ 'ਚ ਕਰਵਾਓ ਹਰ ਪਰੇਸ਼ਾਨੀ ਦਾ ਹੱਲ ਘਰ ਬੈਠੇ। ਅਸ਼ਟਾਮ ਪੇਪਰ ਤੇ ਲਿਖ ਕੇ ਲਵੋ ਕੰਮ ਦੀ ਗਾਰੰਟੀ। ਜਾਂ ਕਹਿਣੇ ਤੋਂ ਬਾਹਰ ਹੈ, ਤੁਰੰਤ ਸੰਪਰਕ ਕਰੋ। ਤੁਹਾਡੀ ਹਰ ਗੱਲ ਗੁਪਤ ਰੱਖੀ ਜਾਵੇਗੀ। ਅਲੀਸ਼ਾ ਬੇਗਮ।